ਸਵਾਗਤ ਹੈ ਜੀ ਤੁਹਾਡਾ ਸਭ ਦਾ ਮੇਰੇ ਇਸ YouTube ਚੈਨਲ ਤੇ ਜਿਸ ਦਾ ਨਾਮ ਹੈ ਟੌਪ ਮਾਈਂਡ ਐਜੂਕੇਸ਼ਨ। ਸੋ ਇਸ ਦੇ ਜ਼ਰੀਏ ਵਿਦਿਆਰਥੀਆਂ ਨੂੰ ਆਨਲਾਈਨ ਸਿਲੇਬਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਸਭ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ। ਅੱਜ ਦਾ ਜੋ ਟੌਪਿਕ ਹੈ ਸੰਬੰਧਿਤ ਹੈ CBSE ਬੋਰਡ ਵਿਸ਼ਾ ਪੰਜਾਬੀ ਜਮਾਤ 12ਵੀਂ ਦੇ ਨਾਲ, ਜੋ ਕਿ ਲਿਆ ਗਿਆ ਹੈ ਗਵਾਚਿਆ ਮੁੰਡਾ ਨਾਵਲ ਦੇ ਵਿੱਚੋਂ। ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋਵੋਗੇ ਕਿ ਗਵਾਚਿਆ ਮੁੰਡਾ ਇੱਕ ਨਾਵਲ ਹੈ ਜੋ ਕਿ +2 ਦੇ ਵਿੱਚ ਲਗਵਾਇਆ ਗਿਆ ਹੈ। ਨਾਵਲ ਇੱਕ ਲੰਬੀ ਰਚਨਾ ਹੁੰਦੀ ਹੈ ਜੋ ਕਿ ਸਿਰਫ ਪੜ੍ਹਿਆ ਜਾ ਸਕਦਾ ਹੈ, ਇਸ ਨੂੰ ਨਾਟਕ ਦੀ ਤਰ੍ਹਾਂ ਸਟੇਜ ਦੇ ਉੱਪਰ ਖੇਡਿਆ ਨਹੀਂ ਜਾ ਸਕਦਾ। ਤਾਂ ਸਭ ਤੋਂ ਪਹਿਲੇ ਛੋਟੀ ਜਿਹੀ ਜਾਣਕਾਰੀ ਗਵਾਚਿਆ ਮੁੰਡਾ ਨਾਵਲ ਦੇ ਲੇਖਕ ਬਾਰੇ। ਲੇਖਕ ਕੌਣ ਹੈ? ਜਗਦੀਸ਼ ਕੌਸ਼ਲ। ਜਗਦੀਸ਼ ਕੌਸ਼ਲ ਦਾ ਜਨਮ 20 ਫਰਵਰੀ 1939 ਨੂੰ ਸ਼੍ਰੀ ਸ਼ੰਭੂਨਾਥ ਦੇ ਘਰ ਹੋਇਆ। ਉਹਨਾਂ ਦਾ ਕਿੱਤਾ ਅਧਿਆਪਨ ਸੀ। ਉਸਨੇ ਪੰਜਾਬੀ ਸਾਹਿਤ ਨੂੰ ਹੇਠ ਲਿਖੀਆਂ ਰਚਨਾਵਾਂ ਦਿੱਤੀਆਂ। ਉਹਨਾਂ ਦੇ ਕਹਾਣੀ ਸੰਗ੍ਰਹਿ ਮੇਰੇ ਆਪਣੇ ਨਾਂ, ਪਰਛਾਵਿਆਂ ਦੇ ਜੀ, ਨਾਵਲ ਰਚਨਾ ਗਵਾਚਿਆ ਮੁੰਡਾ ਇੱਕੋ ਇੱਕ ਨਾਵਲ ਜੋ ਕਿ ਲਿਖਿਆ ਗਿਆ। ਬਾਲ ਸਾਹਿਤ ਦੇ ਵਿੱਚ ਨਿੱਕੇ ਨਿੱਕੇ ਚੱਜ, ਆਲੋਚਨਾ ਅਤੇ ਸੰਕਲਨ, ਦੀਵੇ ਵਾਂਗ ਬਲਦੀ ਅੱਖ, ਇੱਕ ਬਹੁਪੱਖੀ ਅਧਿਐਨ। ਉਸਨੇ ਬਹੁਤ ਸਾਰੀਆਂ ਪਾਠ ਪੁਸਤਕਾਂ ਦਾ ਸੰਪਾਦਨ ਵੀ ਕੀਤਾ ਅਤੇ ਕਈ ਪੁਰਸਕਾਰ ਪ੍ਰਾਪਤ ਕੀਤੇ। ਅੱਜ ਕੱਲ੍ਹ ਉਹ ਨਵੀਂ ਦਿੱਲੀ ਵਿੱਚ ਰਿਟਾਇਰ ਜੀਵਨ ਗੁਜ਼ਾਰ ਰਿਹਾ ਹੈ। ਅਤੇ ਇਸੇ ਪਿਆਰੇ ਵਿਦਿਆਰਥੀਓ, ਗਵਾਚਿਆ ਮੁੰਡਾ ਨਾਵਲ ਦੇ ਜੋ ਕਿ ਜਗਦੀਸ਼ ਕੌਸ਼ਲ ਦੁਆਰਾ ਲਿਖਿਆ ਗਿਆ ਲੇਖਕ ਦੇ ਬਾਰੇ ਸੰਖੇਪ ਜਾਣਕਾਰੀ। ਉਸ ਤੋਂ ਅੱਗੇ ਆਪਾਂ ਪੜ੍ਹਾਂਗੇ ਗਵਾਚਿਆ ਮੁੰਡਾ ਨਾਵਲ ਦੇ ਪਾਤਰ ਚਿਤਰਨ ਬਾਰੇ ਕਿ ਇਸ ਵਿੱਚ ਕਿਹੜੇ ਕਿਹੜੇ ਪਾਤਰ ਹੈ ਜੋ ਆਪਣਾ ਰੋਲ ਨਿਭਾਉਂਦੇ ਆ। ਸੋ ਸਭ ਤੋਂ ਪਹਿਲੇ ਦੱਸ ਦਈਏ ਕਿ ਗਵਾਚਿਆ ਮੁੰਡਾ ਨਾਵਲ ਦੇ ਟੋਟਲ 22 ਕਾਂਡ ਹਨ। 22 ਕਾਂਡ ਨੂੰ ਆਪਾਂ ਇਸ ਨੂੰ ਸਮਝਣ ਦੇ ਲਈ ਪਾਠ ਵੀ ਕਹਿ ਸਕਦੇ ਹਾਂ ਕਿ ਇਸ ਦੇ ਟੋਟਲ 22 ਪਾਠ ਨੇ। ਤਾਂ ਅਲੱਗ-ਅਲੱਗ ਸਮੱਸਿਆਵਾਂ ਨੂੰ ਜੋ ਕਿ ਪੇਸ਼ ਕੀਤਾ ਗਿਆ ਹੈ। ਲੇਖਕ ਜਗਦੀਸ਼ ਕੌਸ਼ਲ ਬਾਰੇ ਆਪਾਂ ਪੜ੍ਹ ਚੁੱਕੇ ਹਾਂ। ਤਾਂ ਉਸ ਤੋਂ ਅੱਗੇ ਹੈ ਪਾਤਰ। ਜੋ ਮੁੱਖ ਪਾਤਰ ਹੈ ਇਸ ਦਾ ਘੋਗਾ, ਉਸ ਨੂੰ ਦਰਸ਼ਨ ਜੋ ਕਿ ਉਸ ਦਾ ਅਸਲੀ ਨਾਮ ਹੈ, ਪਰ ਸਾਰੇ ਲੋਕ ਉਸ ਨੂੰ ਘੋਗਾ ਘੋਗਾ ਕਹਿ ਕੇ ਪੁਕਾਰਦੇ ਹਨ। ਤਾਂ ਉਹ ਕੀ ਹੈ? ਘੋਗਾ ਨਾਵਲ ਦਾ ਮੁੱਖ ਪਾਤਰ ਹੈ। ਉਸ ਤੋਂ ਅੱਗੇ ਆਉਂਦੀ ਹੈ ਘੋਗੇ ਦੀ ਮਾਂ ਜੋ ਕਿ ਇੱਕ ਵਿਧਵਾ ਔਰਤ ਹੈ ਔਰ ਘਰ ਦੇ ਵਿੱਚ ਕੱਪੜੇ ਸਿਉਂ ਕੇ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਦੇ ਨਾਲ ਚਲਾਉਂਦੀ ਹੈ। ਉਸ ਤੋਂ ਅੱਗੇ ਹੈ ਇਕਬਾਲ ਅਤੇ ਸਤੀਸ਼ ਜੋ ਕਿ ਘੋਗੇ ਦੇ ਚੰਗੇ ਦੋਸਤ ਹਨ। ਗੋਪੀ ਅਤੇ ਗੁਰੀ ਜੋ ਕਿ ਘੋਗੇ ਦੇ ਬੁਰੇ ਦੋਸਤ ਹਨ। ਬੁਰੇ ਦੋਸਤ ਕਿਸ ਤਰੀਕੇ ਨਾਲ ਕਿ ਉਹ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਘੋਗੇ ਦੇ ਨਾਲ ਖਾਰ ਖਾਂਦੇ ਰਹਿੰਦੇ ਹਨ, ਯਾਨੀ ਕਿ ਘੋਗੇ ਨੂੰ ਚੰਗਾ ਨਹੀਂ ਸਮਝਦੇ, ਹਮੇਸ਼ਾ ਉਸ ਨੂੰ ਜਾਂ ਉਸ ਦੀਆਂ ਹਰਕਤਾਂ ਨੂੰ ਨੋਟ ਕਰਦੇ ਹੈ ਔਰ ਆਪਣੇ ਅਧਿਆਪਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹੈ। ਤਾਂ ਉਸ ਤੋਂ ਅੱਗੇ ਹੈ ਇਕਬਾਲ ਦੇ ਡੈਡੀ। ਪਿਆਰੇ ਵਿਦਿਆਰਥੀਓ, ਇਸ ਨਾਵਲ ਦੇ ਵਿੱਚ ਇਕਬਾਲ ਦੇ ਡੈਡੀ ਦਾ ਨਾਮ ਨਹੀਂ ਦੱਸਿਆ ਗਿਆ, ਬਸ ਉਹਨਾਂ ਨੂੰ ਇਕਬਾਲ ਦੇ ਡੈਡੀ ਕਹਿ ਕੇ ਹੀ ਸੰਬੋਧਨ ਕੀਤਾ ਗਿਆ, ਜੋ ਕਿ ਇੱਕ ਤਰਕਸ਼ੀਲ ਵਿਅਕਤੀ ਹੈ। ਤਰਕਸ਼ੀਲ ਵਿਅਕਤੀ ਕੌਣ ਹੁੰਦੇ ਹਨ? ਜਿਹੜੇ ਲੋਕ ਵਹਿਮਾਂ ਭਰਮਾਂ ਵਿੱਚ ਫਸੇ ਹੁੰਦੇ ਹਨ, ਉਹਨਾਂ ਨੂੰ ਤਰਕ ਦੇ ਕੇ, ਦਲੀਲਾਂ ਦੇ ਕੇ ਉਹਨਾਂ ਵਹਿਮਾਂ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਉਸ ਤੋਂ ਅੱਗੇ ਹੈ ਬਾਬਾ ਜੀ ਜੋ ਕਿ ਹਨ ਪ੍ਰਕਿਰਤਿਕ ਵਿਗਿਆਨ ਖੋਜ ਕੇਂਦਰ ਦੇ ਸੰਸਥਾਪਕ, ਯਾਨੀ ਕਿ ਉਹਨਾਂ ਨੇ ਇੱਕ ਪ੍ਰਕਿਰਤਿਕ ਵਿਗਿਆਨ ਖੋਜ ਕੇਂਦਰ ਖੋਲ੍ਹ ਰੱਖਿਆ ਹੈ ਜਿਸ ਵਿੱਚ ਉਹਨਾਂ ਨੇ ਅਲੱਗ-ਅਲੱਗ ਜੀਵ ਜੰਤੂ, ਪੇੜ ਪੌਦੇ ਜੋ ਕਿ ਸੰਭਾਲ ਕੀਤੀ ਹੋਈ ਹੈ ਜਾਂ ਉਹਨਾਂ ਨੂੰ ਪਾਲ ਰੱਖਿਆ ਹੈ। ਉਸ ਤੋਂ ਅੱਗੇ ਹੈ ਸਾਧ। ਇਸ ਨੂੰ ਕਾਲਾ ਸਾਧ ਵੀ ਲਿਖਿਆ ਗਿਆ ਹੈ। ਇਹ ਕੌਣ ਹੈ? ਇੱਕ ਪਖੰਡੀ ਅਤੇ ਠੱਗ। ਘੋਗਾ ਇਸ ਦੇ ਪਖੰਡ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਦੀਆਂ ਗੱਲਾਂ ਵਿੱਚ ਆ ਕੇ ਇਸ ਦੇ ਕੋਲ ਆਪਣਾ ਬਹੁਤ ਕੁਛ ਜੋ ਹੈ ਦਾਨ ਦੇ ਰੂਪ ਵਿੱਚ ਦੇ ਦਿੰਦਾ ਹੈ। ਉਸ ਤੋਂ ਅੱਗੇ ਹੈ ਰਵਿੰਦਰ ਜੋ ਕਿ ਬਾਬਾ ਜੀ ਦਾ ਸਹਾਇਕ ਹੈ, ਯਾਨੀ ਕਿ ਬਾਬਾ ਜੀ ਦੇ ਸਹਾਇਕ ਦੇ ਤੌਰ 'ਤੇ ਪ੍ਰਕਿਰਤਿਕ ਵਿਗਿਆਨ ਖੋਜ ਕੇਂਦਰ ਦੇ ਵਿੱਚ ਕੰਮ ਕਰਦਾ ਹੈ। ਤਾਂ ਨਾਲ ਹੀ ਪਿਆਰੇ ਵਿਦਿਆਰਥੀਓ, ਇਸ ਨਾਵਲ ਦੇ ਵਿੱਚ ਇੱਕ ਓਵਰਵਿਊ ਜੋ ਕਿ ਪੂਰੀ ਕਹਾਣੀ, ਪੂਰੀ ਸਟੋਰੀ ਦਾ ਦੇਣ ਦੀ ਕੋਸ਼ਿਸ਼ ਕਰਾਂਗੇ। ਸੋ ਇਸ ਦੇ ਵਿੱਚ ਆਪਾਂ ਪੜ੍ਹ ਚੁੱਕੇ ਹਾਂ ਕਿ ਗਵਾਚਿਆ ਮੁੰਡਾ ਨਾਵਲ ਜਗਦੀਸ਼ ਕੌਸ਼ਲ ਦੀ ਰਚਨਾ ਹੈ। ਇਸ ਦਾ ਵਿਸ਼ਾ ਮਨੋਵਿਗਿਆਨਕ ਹੈ। ਇਸ ਨੂੰ ਆਪਾਂ ਲਿਖ ਸਕਦੇ ਹਾਂ ਕਿ ਕਿਸ਼ੋਰ ਮਨੋਵਿਗਿਆਨ। ਕਿਸ਼ੋਰ ਕੌਣ ਹੁੰਦੇ ਹਨ? ਜੋ ਕਿ 12 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਦੇ ਬੱਚੇ ਹੁੰਦੇ ਹਨ, ਉਹਨਾਂ ਨੂੰ ਕਿਸ਼ੋਰ ਕਿਹਾ ਜਾਂਦਾ ਹੈ। ਸੋ ਇਸ ਵੀਡੀਓ ਦੇ ਵਿੱਚ ਨਾਵਲ ਦਾ ਇੱਕ ਓਵਰਵਿਊ ਦਿੱਤਾ ਜਾਏਗਾ ਜੋ ਕਿ ਪੂਰੀ ਕਹਾਣੀ, ਪੂਰੀ ਸਟੋਰੀ ਦੇ ਨਾਲ ਸੰਬੰਧ ਰੱਖਦਾ ਹੈ। ਤਾਂ ਗਵਾਚਿਆ ਮੁੰਡਾ ਨਾਵਲ ਜਗਦੀਸ਼ ਕੌਸ਼ਲ ਦੀ ਰਚਨਾ ਹੈ। ਇਸ ਦਾ ਵਿਸ਼ਾ ਵਸਤੂ
ਮਨੋਵਿਗਿਆਨਕ ਹੈ, ਜਿਸ ਵਿੱਚ ਲੇਖਕ ਨੇ ਕਿਸ਼ੋਰ ਅਵਸਥਾ ਵਿੱਚੋਂ ਗੁਜ਼ਰ ਰਹੇ ਮੁੰਡੇ ਦੀ ਪੜ੍ਹਾਈ ਆਦਿ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਸੰਬੰਧੀ ਦਿਸ਼ਾਹੀਨਤਾ ਅਤੇ ਕਾਲਪਨਿਕ ਵਿਸ਼ਵਾਸਾਂ ਨੂੰ ਵਿਸ਼ੇ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਪਿਆਰੇ ਵਿਦਿਆਰਥੀਓ, ਜਿਹੜਾ ਕਿਸ਼ੋਰ ਹੁੰਦੇ ਆ ਉਹ 12 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚੇ ਹੁੰਦੇ ਆ। ਆਪਾਂ ਦੇਖਦੇ ਹਾਂ ਕਿ ਉਹਨਾਂ ਦੀਆਂ ਭਾਵਨਾਵਾਂ ਬਹੁਤ ਜ਼ਿਆਦਾ ਉਡਾਰੀ ਮਾਰਦੀਆਂ ਨੇ, ਤਾਂ ਉਹਨਾਂ ਦਾ ਮਨ ਪੜ੍ਹਾਈ ਵਿੱਚ ਨਹੀਂ ਲੱਗਦਾ। ਇਸ ਕਰਕੇ ਮਨੋਵਿਗਿਆਨਕ ਇਸ ਨਾਵਲ ਨੂੰ ਮਨੋਵਿਗਿਆਨਕ ਵੀ ਕਿਹਾ ਗਿਆ ਹੈ ਔਰ ਕਿਸ਼ੋਰ ਨਾਵਲ ਵੀ ਕਿਹਾ ਗਿਆ ਹੈ। ਨਾਵਲ ਵਿੱਚ ਅਸੀਂ ਦੇਖਦੇ ਹਾਂ ਕਿ ਪੜ੍ਹਾਈ ਵੱਲੋਂ ਬੇਪਰਵਾਹ ਹੋ ਕੇ ਟੀਵੀ ਦੇਖਣਾ, ਅਵਾਰਾਗਰਦੀ ਕਰਨਾ, ਆਪਣੇ ਦੋਸਤਾਂ ਨਾਲ ਖੇਡਣ ਅਤੇ ਗੱਪਾਂ ਮਾਰਨ ਅਤੇ ਸੌਣ ਵਿੱਚ ਸਮਾਂ ਗੁਜ਼ਾਰਨ ਵਾਲਾ ਘੋਗਾ 6ਵੀਂ ਵਿੱਚੋਂ ਫੇਲ ਹੋ ਚੁੱਕਿਆ ਸੀ। ਯਾਨੀ ਕਿ 6ਵੀਂ ਕਲਾਸ ਵਿੱਚ ਉਸ ਦਾ ਦੂਸਰਾ ਸਾਲ ਸੀ, ਪਰ ਆਪਣੇ ਉਹ ਫੇਲ ਹੋਣ ਦਾ ਅਸਲ ਕਾਰਨ ਆਪਣੀ ਅਣਗਹਿਲੀ ਅਤੇ ਨਲਾਇਕੀ ਨੂੰ ਨਹੀਂ ਸਮਝਦਾ, ਬਲਕਿ ਉਹ ਇਹ ਸੋਚਦਾ ਹੈ ਕਿ ਉਸਨੇ ਪੀਰ ਬਾਬੇ 'ਤੇ ਮੱਥਾ ਨਹੀਂ ਟੇਕਿਆ, ਇਸ ਕਰਕੇ ਉਹ ਫੇਲ ਹੋ ਗਿਆ। ਕਿਉਂਕਿ ਉਸਨੇ ਕਿਸੇ ਪੁਜਾਰੀ ਤੋਂ ਸੁਣ ਰੱਖਿਆ ਸੀ ਕਿ ਜਿਹੜੇ ਬੱਚੇ ਗੁਰੂ ਪੀਰ ਦੀ ਸ਼ਰਨ ਵਿੱਚ ਆਉਂਦੇ ਹਨ ਉਹਨਾਂ ਦੇ ਸਾਰੇ ਕੰਮ ਆਪਣੇ ਆਪ ਹੋ ਜਾਂਦੇ ਹਨ। ਉਹ ਆਪਣੀ ਮਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ ਹੁੰਦਾ ਕਿ ਆਪਣੇ ਆਪ ਮਿਹਨਤ ਕੀਤੇ ਬਿਨਾਂ ਸਫਲਤਾ ਨਹੀਂ ਮਿਲਦੀ। ਉਹ ਮਾਂ ਨੂੰ ਕਹਿੰਦਾ ਹੈ ਕਿ ਤੂੰ ਫਿਕਰ ਨਾ ਕਰ ਮਾਂ, ਮੈਂ ਐਸਾ ਚਮਤਕਾਰ ਕਰਕੇ ਵਿਖਾਊਂਗਾ ਕਿ ਤੂੰ ਯਾਦ ਰੱਖੇਂਗੀ। ਯਾਨੀ ਕਿ ਉਹ ਆਪਣਾ ਕਾਰਨ ਫੇਲ ਹੋਣ ਦਾ ਗੁਰੂ ਪੀਰ ਦੀ ਸ਼ਰਨ ਵਿੱਚ ਨਾ ਜਾਣ ਨੂੰ ਸਮਝਦਾ ਹੈ, ਨਾ ਕਿ ਆਪਣੀ ਅਣਗਹਿਲੀ ਅਤੇ ਨਲਾਇਕੀ। ਇਸ ਤਰ੍ਹਾਂ ਉਹ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ। ਇਹ ਵੀ ਚਾਹੁੰਦਾ ਹੈ ਕਿ ਉਸ ਦੀ ਪੜ੍ਹਾਈ ਠੀਕ ਚੱਲੇ, ਉਸ ਨੂੰ ਸਕੂਲ ਵਿੱਚੋਂ ਸਜ਼ਾ ਨਾ ਮਿਲੇ, ਉਹ ਸਕੂਲ ਦਾ ਕੰਮ ਕਰਕੇ ਸਕੂਲ ਜਾਵੇ, ਉਸ ਦੇ ਸਾਲਾਨਾ ਪੇਪਰ ਚੰਗੇ ਹੋਣ। ਪਰ ਇਸ ਲਈ ਉਹ ਆਪਣੇ ਆਪ ਵਿੱਚ ਵਿਸ਼ਵਾਸ ਨਹੀਂ ਕਰ ਪਾਉਂਦਾ। ਪੁਜਾਰੀ ਤੋਂ ਇਲਾਵਾ ਉਹ ਟੀਵੀ ਵਿੱਚ ਚਮਤਕਾਰ ਵਿਖਾਉਣ ਵਾਲੀਆਂ ਸ਼ਕਤੀਆਂ ਜਿਵੇਂ ਚੰਦਨ ਪਰੀ, ਸੋਨ ਪਰੀ, ਸੋਨ ਕਾਂਟੋ ਦੀ ਕਿਰਪਾ ਹਾਸਲ ਕਰਨੀ ਚਾਹੁੰਦਾ ਹੈ। ਇਸ ਕਰਕੇ ਉਸ ਦੇ ਸੁਪਨੇ ਵਿੱਚ ਚੰਦਰ ਪਰੀ ਉਸ ਨੂੰ ਚੰਦਰ ਪੈਨ ਪ੍ਰਾਪਤ ਹੁੰਦਾ ਹੈ, ਜੋ ਕਿ ਉਸ ਦਾ ਸਕੂਲ ਦਾ ਸਾਰਾ ਕੰਮ ਕਰ ਦਿੰਦਾ ਹੈ। ਇਸ ਨਾਲ ਉਹ ਖੁਸ਼ ਹੋ ਜਾਂਦਾ ਹੈ, ਪਰੰਤੂ ਸੁਪਨਾ ਤਾਂ ਸੁਪਨਾ ਹੀ ਸੀ, ਜਿਸ ਦੇ ਟੁੱਟਣ 'ਤੇ ਸਭ ਕੁਝ ਖਤਮ ਹੋ ਜਾਂਦਾ ਹੈ। ਫਿਰ ਉਹ ਸਕੂਲੋਂ ਭੱਜ ਕੇ ਮਾਂ ਤੋਂ ਚੋਰੀ ਬਾਗ ਵਿੱਚ ਸੋਨ ਕਾਂਟੋ ਨੂੰ ਲੱਭਦਾ ਹੈ। ਉਸਨੇ ਕਿਸੇ ਤੋਂ ਸੁਣ ਰੱਖਿਆ ਸੀ ਕਿ ਜਿਸ ਨੂੰ ਸੋਨ ਕਾਂਟੋ ਮਿਲ ਜਾਂਦੀ ਹੈ, ਜਿਸ ਦਾ ਰੰਗ ਸੋਨੇ ਵਰਗਾ ਹੁੰਦਾ ਹੈ, ਉਸ ਦੇ ਸਾਰੇ ਕਾਰਜ ਆਪਣੇ ਹੀ ਪੂਰੇ ਹੋ ਜਾਂਦੇ ਹਨ। ਅਤੇ ਸੋਨ ਕਾਂਟੋ ਬੱਚਿਆਂ ਦੀ ਪੜ੍ਹਾਈ ਵਿੱਚ ਵੀ ਬਹੁਤ ਮਦਦ ਕਰਦੀ ਹੈ। ਉਹ ਕਦੇ ਦਿਸ ਪੈਂਦੀ ਹੈ ਅਤੇ ਕਦੇ ਅਲੋਪ ਹੋ ਜਾਂਦੀ ਹੈ, ਪਰ ਉਹ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਸ ਤਰ੍ਹਾਂ ਉਸ ਦਾ ਮੇਲ ਇੱਕ ਠੱਗ ਨਾਲ ਹੁੰਦਾ ਹੈ, ਜੋ ਉਸ ਤੋਂ ਘੜੀ ਪੈਨ ਅਤੇ 5 ਰੁਪਏ ਲੈ ਕੇ ਉਸ ਨੂੰ ਇੱਕ ਤਵੀਤ ਦੇ ਕੇ ਮੰਤਰ ਦੱਸ ਕੇ ਉਸ ਨੂੰ ਕਹਿੰਦਾ ਹੈ ਕਿ ਤਵੀਤ ਘੋਲ ਕੇ ਪੀਣ ਅਤੇ ਮੰਤਰ ਪੜ੍ਹਨ ਨਾਲ ਉਸ ਨੂੰ ਸਕੂਲ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਪਰ ਇਹ ਸਾਰਾ ਕੁਝ ਝੂਠ ਸਿੱਧ ਹੁੰਦਾ ਹੈ। ਇਸ ਤਰ੍ਹਾਂ ਹੀ ਪਹਿਲਾਂ ਉਸਨੇ ਮਦਾਰੀ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਰਲ ਜਾਣਾ ਚਾਹਿਆ, ਤਾਂ ਜੋ ਉਸ ਤੋਂ ਸਿੱਖੇ ਜਾਦੂ ਮੰਤਰ ਨਾਲ ਉਸ ਦੇ ਸਾਰੇ ਕੰਮ ਹੋ ਜਾਇਆ ਕਰਨ। ਇਹਨਾਂ ਸਾਰੀਆਂ ਸਥਿਤੀਆਂ ਵਿੱਚੋਂ ਵਿਚਰਦਿਆਂ ਉਸ ਨੂੰ ਕਈ ਥਾਵਾਂ ਉੱਤੇ ਮਾਰ ਵੀ ਪੈਂਦੀ ਹੈ, ਪਰੰਤੂ ਉਸ ਦੀ ਭਟਕਣ ਖਤਮ ਨਹੀਂ ਹੁੰਦੀ ਅਤੇ ਸੋਨ ਕਾਂਟੋ ਉਸ ਨੂੰ ਮਿਲ ਪੈਂਦੀ ਹੈ। ਉਹ ਕਹਿੰਦੀ ਹੈ ਕਿ ਉਹ ਉਸ ਦੀ ਸਹਾਇਤਾ ਤਦ ਹੀ ਕਰੇਗੀ ਜੇਕਰ ਉਹ ਆਪਣੀ ਸਹਾਇਤਾ ਆਪ ਕਰੇਗਾ। ਘੋਗੇ ਵੱਲੋਂ ਇਕਾਗਰ ਕਰਨ ਉੱਤੇ ਉਹ ਕਹਿੰਦੀ ਹੈ ਕਿ ਉਹ ਉਸ ਨੂੰ ਵੀ ਯਾਦ ਕਰਿਆ ਕਰੇਗਾ, ਉਹ ਉਸ ਨੂੰ ਹਾਜ਼ਰ ਹੋ ਜਾਇਆ ਕਰੇਗੀ, ਕਿਉਂਕਿ ਜਦੋਂ ਵੀ ਉਸ ਨੂੰ ਯਾਦ ਕਰੇਗਾ ਤਾਂ ਆਪਣੇ ਆਪ ਹੀ ਸੋਨ ਕਾਂਟੋ ਹਾਜ਼ਰ ਹੋ ਜਾਇਆ ਕਰੇਗੀ। ਘੋਗਾ ਜਦੋਂ ਘਰ ਵਿੱਚ ਸਕੂਲ ਦਾ ਕੰਮ ਕਰਨ ਲੱਗਾ ਤਾਂ ਉਸਨੇ ਸੋਨ ਕਾਂਟੋ ਨੂੰ ਯਾਦ ਕੀਤਾ। ਉਸ ਨੂੰ ਅਨੁਭਵ ਹੋਇਆ ਕਿ ਸੋਨ ਕਾਂਟੋ ਉਸਦੇ ਸਾਹਮਣੇ ਆ ਬੈਠੀ ਹੈ ਅਤੇ ਉਸਦੇ ਪ੍ਰਗਟ ਹੋਣ ਨਾਲ ਮੇਜ਼ ਉੱਤੇ ਸੋਨੇ ਰੰਗੀ ਰੋਸ਼ਨੀ ਫੈਲ ਗਈ ਹੈ। ਸੋਨ ਕਾਂਟੋ ਦੀ ਹੱਲਾਸ਼ੇਰੀ ਨਾਲ ਉਸਦੇ ਮਨ ਨੇ ਇਕਾਗਰ ਕੀਤਾ। ਉਸ ਨੂੰ ਅਧਿਆਪਕਾਂ ਦਾ ਪੜ੍ਹਾਇਆ ਸਾਰਾ ਕੁਝ ਯਾਦ ਆ ਜਾਂਦਾ ਹੈ। ਇਸ ਤਰ੍ਹਾਂ ਉਹ ਇੱਕ ਜਾਦੂਮਈ ਵਾਤਾਵਰਨ ਵਿੱਚ ਉਸਨੇ ਸਾਰੇ ਵਿਸ਼ਿਆਂ ਦਾ ਕੰਮ ਮੁਕਾ ਲਿਆ। ਫਿਰ ਉਸਨੇ ਸੋਨ ਕਾਂਟੋ ਦੇ ਕਹੇ ਅਨੁਸਾਰ ਆਰਾਮ ਕੀਤਾ, ਸ਼ਾਮ ਨੂੰ ਦੋਸਤਾਂ ਨਾਲ ਖੇਡਿਆ, ਕੁਝ ਸਮਾਂ ਟੀਵੀ ਵੀ ਦੇਖਿਆ ਅਤੇ ਫਿਰ ਸਵੇਰੇ ਉੱਠ ਕੇ ਦੁਹਰਾਈ ਕੀਤੀ। ਇਸ ਤਰ੍ਹਾਂ ਸਕੂਲ ਵਿੱਚ ਵੀ ਸੋਨ ਕਾਂਟੋ ਉਸ ਨੂੰ ਆਪਣੇ ਅੰਗ ਸੰਗ ਦਿਖਾਈ ਦਿੰਦੀ ਹੈ। ਉਹ ਇਕਾਗਰ ਹੋ ਕੇ ਪੜ੍ਹਾਈ ਕਰਦਾ ਹੈ, 6ਵੀਂ ਵਿੱਚੋਂ ਸੈਕਿੰਡ ਆਉਂਦਾ ਹੈ। ਤਾਂ ਇਸ ਤਰੀਕੇ ਨਾਲ ਜਦੋਂ ਸੋਨ ਕਾਂਟੋ ਮਿਲਦੀ ਹੈ ਤਾਂ ਉਹ ਬਹੁਤ ਲਗਨ ਦੇ ਨਾਲ ਮਿਹਨਤ ਕਰਦਾ ਹੈ, ਤਾਂ 6ਵੀਂ ਕਲਾਸ ਵਿੱਚੋਂ ਜਿਹੜਾ ਕਿ ਪਹਿਲਾਂ ਫੇਲ ਹੋ ਚੁੱਕਿਆ ਸੀ, ਹੁਣ ਉਸ ਦੀ ਸੈਕਿੰਡ ਪੋਜੀਸ਼ਨ ਆਉਂਦੀ ਹੈ। ਫਿਰ ਜਦੋਂ ਉਸ ਕੋਲ ਆਪਣੇ ਦੋਸਤਾਂ ਅੱਗੇ ਸੋਨ ਕਾਂਟੋ ਦਾ ਭੇਦ ਖੋਲ ਹੋ ਜਾਂਦਾ ਹੈ ਤਾਂ ਉਸ ਨੂੰ ਜਾਪਿਆ ਕਿ ਉਸਨੇ ਸੋਨ ਕਾਂਟੋ ਨਾਲ ਉਸ ਸੰਬੰਧੀ ਕਿਸੇ ਨੂੰ ਨਾ ਦੱਸਣ ਦਾ ਇਕਰਾਰ ਕੀਤਾ ਸੀ, ਕਿਉਂਕਿ ਜਦੋਂ ਸੋਨ ਕਾਂਟੋ ਉਸ ਨੂੰ ਮਿਲੀ ਸੀ ਉਸਨੇ ਵਾਅਦਾ ਕੀਤਾ ਸੀ ਕਿ ਉਹ ਕਿਸੇ ਨੂੰ ਨਹੀਂ ਦੱਸੇਗਾ। ਪਰ ਗੱਲਾਂ ਦੇ ਵਿੱਚ ਗੋਪੀ ਅਤੇ ਗੁਰੀ ਉਸ ਕੋਲੋਂ ਪੁੱਛ ਲੈਂਦੇ ਹਨ ਕਿ ਇਹ ਸਾਰਾ ਮਾਮਲਾ ਕੀ ਹੈ, ਤਾਂ ਉਹ ਦੱਸ ਬੈਠਦਾ ਹੈ ਕਿ ਸੋਨ ਕਾਂਟੋ ਨੇ ਉਸ ਦੀ ਮਦਦ ਕੀਤੀ ਹੈ। ਉਸ ਨਾਲ ਨਾਰਾਜ਼ ਹੋ ਗਈ
ਹੋ ਗਈ ਹੈ ਤੇ ਇਸੇ ਤਰ੍ਹਾਂ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਸੌਣ-ਘੰਟ ਹੁਣ ਉਸ ਦੀ ਪੜ੍ਹਾਈ ਵਿੱਚ ਮਦਦ ਨਹੀਂ ਕਰੇਗੀ। ਇਸ ਫਿਕਰ ਨਾਲ ਉਸ ਦੀ ਇਕਾਗਰਤਾ ਭੰਗ ਹੋ ਗਈ। ਉਸ ਦਾ ਧਿਆਨ ਉਖੜ ਗਿਆ। ਸੌਣ-ਘੰਟ ਉਸ ਨੂੰ ਕਿਧਰੇ ਨਾ ਲੱਭੀ। ਉਹ ਪੜ੍ਹਾਈ ਵਿੱਚ ਪਿੱਛੇ ਰਹਿਣ ਲੱਗਿਆ। 7ਵੀਂ ਜਮਾਤ ਦੇ ਇਮਤਿਹਾਨ ਸਿਰ 'ਤੇ ਆ ਗਏ ਸਨ। ਉਸ ਦਾ ਆਪਣੇ ਵਿੱਚ ਵਿਸ਼ਵਾਸ ਨਹੀਂ ਸੀ। ਸੌਣ-ਘੰਟ ਨੂੰ ਲੱਭਦਾ ਹੋਇਆ ਉਹ ਇੱਕ ਦਿਨ ਪ੍ਰਕਿਰਤਿਕ ਵਿਗਿਆਨ ਖੋਜ ਕੇਂਦਰ ਵਿੱਚ ਪਹੁੰਚ ਗਿਆ, ਜਿੱਥੇ ਬਾਬਾ ਜੀ ਤੋਂ ਮਿਲੀਆਂ ਗੋਲੀਆਂ ਨਾਲ ਉਸ ਦਾ ਵਿਸ਼ਵਾਸ ਫਿਰ ਜਾਗ ਪਿਆ, ਕਿਉਂਕਿ ਉਹਨਾਂ ਗੋਲੀਆਂ ਨੇ ਉਸ ਦੇ ਵਿਸ਼ਵਾਸ ਨੂੰ, ਉਸ ਦੇ ਮਨ ਨੂੰ ਇਕਾਗਰ ਕਰਨ ਦਾ ਕੰਮ ਕੀਤਾ। ਉਹ ਖੂਬ ਪੜ੍ਹਾਈ ਕਰਨ ਲੱਗਾ ਤੇ ਉਸਨੇ 7ਵੀਂ ਪਾਸ ਕਰ ਲਈ। ਬਾਬਾ ਜੀ ਨੇ ਉਸ ਨੂੰ ਨਾਂਗੇ ਪਾ ਕੇ ਦਵਾਈ ਖਾਣ ਦਾ ਨਿਯਮ ਦੱਸਿਆ ਸੀ ਤੇ ਕਿਹਾ ਸੀ ਕਿ ਇਸ ਤਰ੍ਹਾਂ ਦਵਾਈ ਉਸਨੇ ਛੱਡ ਕੇ ਆਪਣੇ ਅੰਦਰਲੇ ਵਿਸ਼ਵਾਸ ਨੂੰ ਪੱਕਾ ਕਰਨ ਤੇ ਦਵਾਈ ਦੀ ਥਾਂ ਉਸ ਨੂੰ ਕੰਮ ਲੈਣਾ ਹੈ। ਯਾਨੀ ਕਿ ਆਪਣੇ ਅੰਦਰਲੇ ਵਿਸ਼ਵਾਸ ਨੂੰ ਜਗਾ ਕੇ ਦਵਾਈ ਦੇ ਵੱਲ ਅਣਗਹਿਲੀ ਕਰਨੀ ਹੈ ਤੇ ਆਪਣੇ ਅੰਦਰ ਵਿਸ਼ਵਾਸ ਨੂੰ ਜਗਾ ਕੇ ਉਸ ਤੋਂ ਕੰਮ ਲੈਣ ਦੀ ਕੋਸ਼ਿਸ਼ ਕਰਨੀ ਹੈ। ਪਰੰਤੂ ਘੋਗਾ ਅਜਿਹਾ ਨਾ ਕਰ ਸਕਿਆ। ਉਸਨੇ ਬਾਬਾ ਜੀ ਦੇ ਦੱਸੇ ਅਨੁਸਾਰ ਦਵਾਈ ਨਾ ਲੈ ਕੇ ਆਪਣੇ ਅੰਦਰਲੇ ਵਿਸ਼ਵਾਸ ਨੂੰ ਪੱਕਾ ਨਾ ਹੋਣ ਦਿੱਤਾ, ਸਗੋਂ ਆਪਣੇ ਆਪ ਨੂੰ ਦਵਾਈ ਦੇ ਅਧੀਨ ਕਰ ਲਿਆ, ਜਿਸ ਕਰਕੇ ਜਦੋਂ ਉਸ ਕੋਲ ਦਵਾਈ ਮੁੱਕ ਗਈ ਤਾਂ ਉਸ ਦਾ ਵਿਸ਼ਵਾਸ ਫਿਰ ਟੁੱਟ ਗਿਆ ਤੇ ਪੜ੍ਹਾਈ ਵਿੱਚ ਇਕਾਗਰਤਾ ਭੰਗ ਹੋ ਗਈ। ਉਸ ਦਾ ਧਿਆਨ ਕੇਂਦਰਿਤ ਹੀ ਨਹੀਂ ਸੀ ਹੁੰਦਾ। ਉਸਨੇ ਬਾਬਾ ਜੀ ਤੋਂ ਮੁੜ ਦਵਾਈ ਲੈਣੀ ਚਾਹੀ, ਪਰ ਬਾਬਾ ਜੀ ਉਹ ਥਾਂ ਛੱਡ ਕੇ ਕਿਧਰੇ ਪਹਾੜਾਂ ਵਿੱਚ ਚਲੇ ਗਏ ਸਨ। ਇਸ ਗੱਲ ਨੇ ਘੋਗੇ ਨੂੰ ਹੋਰ ਵੀ ਨਿਰਾਸ਼ ਕਰ ਦਿੱਤਾ। ਪਹਾੜਾਂ ਵਿੱਚ ਕਿਉਂ ਗਏ ਸਨ? ਕਿਉਂਕਿ ਉਸ ਜਗ੍ਹਾ ਦੇ ਉੱਪਰ ਗਰਮੀ ਬਹੁਤ ਜ਼ਿਆਦਾ ਸੀ, ਜਿਸ ਕਰਕੇ ਉਹਨਾਂ ਦੇ ਜੀਵ ਜੰਤੂ ਔਰ ਪੇੜ ਪੌਦੇ ਸਹੀ ਤਰੀਕੇ ਨਾਲ ਵਿਕਾਸ ਨਹੀਂ ਕਰ ਰਹੇ ਸਨ। ਹਾਰ ਕੇ ਉਹ ਸੜਕ ਦੇ ਕੰਢੇ 'ਤੇ ਇੱਕ ਮੀਲ ਪੱਥਰ ਉੱਤੇ ਬੈਠ ਕੇ ਸੋਚਣ ਲੱਗਾ ਕਿ ਜੇਕਰ ਬਾਬਾ ਜੀ ਉਸ ਨੂੰ ਮਿਲ ਵੀ ਜਾਣ ਤਾਂ ਉਹਨਾਂ ਦੀ ਦਿੱਤੀ ਦਵਾਈ ਤਾਂ ਫਿਰ ਮੁੱਕ ਜਾਵੇਗੀ। ਇਸ ਤਰ੍ਹਾਂ ਉਹ ਕਿੰਨਾ ਕੁ ਚਿਰ ਇਸ ਚੱਕਰ ਵਿੱਚ ਫਸਿਆ ਰਹੇਗਾ। ਇਸ ਕਰਕੇ ਉਸ ਨੂੰ ਦਵਾਈ ਛੱਡ ਕੇ ਆਪਣੀ ਹਿੰਮਤ ਤੇ ਆਪਣੇ ਆਪ ਵਿੱਚ ਵਿਸ਼ਵਾਸ ਤੋਂ ਕੰਮ ਲੈਣਾ ਚਾਹੀਦਾ ਹੈ। ਉਸੇ ਰਾਹ ਉੱਤੇ ਤੁਰਨਾ ਚਾਹੀਦਾ ਹੈ ਜਿਸ ਉੱਤੇ ਤੁਰਨ ਲਈ ਉਸ ਨੂੰ ਇਕਬਾਲ ਦੇ ਡੈਡੀ, ਉਸ ਦੇ ਟੀਚਰ, ਬਾਬਾ ਜੀ ਤੇ ਉਸ ਦੀ ਮਾਂ ਸਾਰੇ ਹੀ ਲਗਭਗ ਕਿਹਾ ਕਰਦੇ ਸਨ। ਉਸ ਨੂੰ ਇੱਕ ਪਾਸੇ ਸ਼ਾਮ ਦੇ ਕੁਸਮੁਸੇ ਵਿੱਚ ਸੜਕ ਉੱਤੇ ਜੁੜੀਆਂ ਬਿਰਛਾਂ ਦੀਆਂ ਛਤਰੀਆਂ ਇੱਕ ਲੰਬੀ ਹਨੇਰੀ ਵਾਂਗ ਦਿਸਦੀਆਂ ਹਨ, ਜਿਸ ਵਿੱਚ ਸੜਕ ਉੱਤੇ ਜਾ ਰਹੀਆਂ ਸਭ ਮੋਟਰ ਕਾਰਾਂ ਗੁਆਚੀਆਂ ਜਾ ਰਹੀਆਂ ਹਨ। ਇਸ ਹਨੇਰੀ ਸੁਰੰਗ ਵੱਲ ਪਿੱਠ ਕਰਕੇ ਉਹ ਆਪਣੇ ਚਾਨਣ ਨਾਲ ਭਰਪੂਰ ਹੋ ਰਹੇ ਸ਼ਹਿਰ ਵੱਲ ਤੁਰ ਪੈਂਦਾ ਹੈ, ਜਿੱਥੇ ਉਸ ਦਾ ਘਰ ਹੈ, ਸਕੂਲ ਹੈ, ਦੋਸਤ ਹਨ। ਉਸ ਦੇ ਤੁਰਨ ਤੋਂ ਸੰਕੇਤ ਮਿਲਦਾ ਹੈ ਕਿ ਉਹ ਹੁਣ ਅੱਗੇ ਆਪਣੀ ਹਿੰਮਤ, ਮਿਹਨਤ ਤੇ ਸਵੈ ਵਿਸ਼ਵਾਸ ਤੋਂ ਕੰਮ ਲਵੇਗਾ। ਇਸ ਪ੍ਰਕਾਰ ਇਸ ਨਾਵਲ ਦਾ ਵਿਸ਼ਾ ਵਸਤੂ ਬਾਲ ਮਨੋਵਿਗਿਆਨ ਨਾਲ ਸੰਬੰਧਿਤ ਹੈ। ਇਸ ਵਿੱਚ ਕਿਸ਼ੋਰ ਅਵਸਥਾ ਵਿੱਚੋਂ ਗੁਜ਼ਰ ਰਹੇ ਮੁੰਡੇ ਦੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਸੰਬੰਧੀ ਦਿਸ਼ਾਹੀਨਤਾ ਤੇ ਕਾਲਪਨਿਕ ਵਿਸ਼ਵਾਸਾਂ ਨੂੰ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਬਾਰੇ ਅੰਤ ਵਿੱਚ ਉਸ ਨੂੰ ਅਨੁਭਵ ਹੁੰਦਾ ਹੈ ਕਿ ਇਹਨਾਂ ਦਾ ਤਿਆਗ ਕਰਕੇ ਹੀ ਆਪਣੀ ਹਿੰਮਤ, ਮਿਹਨਤ ਤੇ ਸਵੈ ਵਿਸ਼ਵਾਸ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਏ ਬਿਨਾਂ ਉਸ ਦਾ ਜੀਵਨ ਸਫਲਤਾ ਦੇ ਰਾਹ 'ਤੇ ਨਹੀਂ ਤੁਰ ਸਕਦਾ। ਇਸ ਤਰ੍ਹਾਂ ਨਾਵਲਕਾਰ ਨੇ ਉਸ ਨੂੰ ਅੰਧ ਵਿਸ਼ਵਾਸਾਂ ਦੀ ਹਨੇਰੀ ਦੀ ਸੁਰੰਗ ਵਿੱਚੋਂ ਕੱਢ ਕੇ ਗਿਆਨ ਦੇ ਚਾਨਣ ਨਾਲ ਭਰੇ ਵਿਗਿਆਨ ਦੇ ਧਰਾਤਲ ਉੱਤੇ ਲਿਆ ਕੇ ਖੜਾ ਕੀਤਾ ਹੈ। ਇਸ ਪ੍ਰਕਾਰ ਨਾਵਲ ਦਾ ਵਿਸ਼ਾ ਵਸਤੂ ਨਵਾਂ, ਨਰੋਇਆ, ਮੌਲਿਕ ਤੇ ਰਚਨਾਤਮਕ ਹੈ। ਬਾਲ ਸਾਹਿਤ ਦੇ ਖੇਤਰ ਵਿੱਚ ਲੇਖਕ ਦੀ ਇਹ ਇੱਕ ਵਿਲੱਖਣ ਪ੍ਰਾਪਤੀ ਹੈ, ਜਿਸ ਨੂੰ ਪੰਜਾਬੀ ਸਾਹਿਤ ਲਈ ਉਸ ਦੀ ਵੱਡਮੁੱਲੀ ਦੇਣ ਕਹਿ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਇਹ ਸੀ ਇਸ ਨਾਵਲ ਦਾ ਇੱਕ ਓਵਰਵਿਊ ਕਿ ਨਾਵਲ ਦੀ ਪੂਰੀ ਕਹਾਣੀ ਕਿਸ ਤਰੀਕੇ ਦੀ ਹੈ। ਇਸ ਪ੍ਰਸ਼ਨ ਦੀ PDF ਫਾਈਲ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗੀ। ਉਸ ਲਿੰਕ 'ਤੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇਸ ਸੰਬੰਧੀ ਕੋਈ ਸਵਾਲ ਜਾਂ ਕੋਈ ਵੀ ਡਾਊਟ ਹੋਵੇ ਮਨ ਦੇ ਵਿੱਚ ਤਾਂ ਕਮੈਂਟ ਕਰਕੇ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ, ਉਸ ਨੂੰ ਕਲੀਅਰ ਕੀਤਾ ਜਾਏਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਪ੍ਰਸ਼ਨ ਉੱਤਰ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਸੋ ਅੱਜ ਦੇ ਲਈ ਪਿਆਰੇ ਵਿਦਿਆਰਥੀਓ ਇੰਨਾ ਹੀ। ਪੜ੍ਹਦੇ ਰਹੋ, ਮਿਹਨਤ ਕਰਦੇ ਰਹੋ। ਧੰਨਵਾਦ।